ਸਤਿ ਸ਼੍ਰੀ ਅਕਾਲ। ਲੋਕਰਾਣ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਵੈਲਕਮ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਸਰੋਤਿਆਂ ਨੇ ਰੂਬਰੂ ਕੀਤਾ ਇਸ ਲਈ ਅਤੇ ਤੁਹਾਡੇ ਇਸ ਪ੍ਰੋਗਰਾਮ ਦੇ ਰਾਹੀਂ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਸਾਂਝ ਪਾਉਂਦੇ ਹੋਏ ਉਹਨਾਂ ਨੂੰ ਫਤਿਹ ਬੁਲਾਉਂਦੇ ਹਾਂ ਜੀ। ਦੋਸਤੋ, ਧਾਲੀਵਾਲ ਸਾਹਿਬ ਨਾਲ ਅੱਜ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਤੇ ਗੱਲਬਾਤ ਕਰਾਂਗੇ। ਹਾਲਾਂਕਿ ਬੜਾ ਇੱਕ ਗੰਭੀਰ ਇਸ਼ੂ ਹੈਗਾ, ਸੰਜੀਦਾ ਮੁੱਦਾ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦਾ। ਸ਼੍ਰੋਮਣੀ ਅਕਾਲੀ ਦਲ ਨੂੰ ਨਾਲ ਜੋੜ ਕੇ ਗੱਲਬਾਤ ਕਰਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਹੁਣ ਸਰਗਰਮ ਹੈਗੇ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਧਾਲੀਵਾਲ ਸਾਹਿਬ ਦੇਖੋ, ਬੰਦੀ ਸਿੰਘਾਂ ਦੀ ਰਿਹਾਈ ਧਰਮ ਦੇ ਨਾਲ ਜੁੜਿਆ ਹੋਇਆ ਇਸ਼ੂ ਵੀ ਹੈਗਾ ਇਹ, ਤੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਵੀ ਜੁੜਿਆ ਹੋਇਆ ਇਸ਼ੂ ਹੈਗਾ। ਸਿਆਸੀ ਖੇਡ ਲਗਾਤਾਰ ਇਹਦੇ ਤੇ ਖੇਡੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਸਰਗਰਮ ਹੈਗਾ। ਉਹ ਵੀ ਚਾਹੁੰਦੇ ਨੇ ਕਿ ਬੰਦੀ ਸਿੰਘ ਰਿਹਾ ਹੋਣ, ਜੋ ਉਹਨਾਂ ਦਾ ਵਿਚਾਰ ਹੈਗਾ ਮੀਡੀਆ ਦੇ ਸਾਹਮਣੇ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲੜਾਂਗੇ। ਭਾਵੇਂ ਸੰਗਰੂਰ ਦੀ ਇਲੈਕਸ਼ਨ ਵੀ ਲੜੀ ਗਈ ਸੀ ਉਦੋਂ। ਤਾਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜੇ ਤੁਹਾਡੇ ਕੋਲੋਂ ਅਸੀਂ ਸਮਝਣਾ ਹੋਵੇ, ਆਪਣੇ ਦਰਸ਼ਕਾਂ ਦੇ ਨਾਲ ਗੱਲਬਾਤ ਸਾਂਝੀ ਕਰਨੀ ਹੋਵੇ, ਤੁਸੀਂ ਇਸ ਦੀ ਸਾਰੇ ਪੂਰੇ ਕੇਸ ਦੀ ਵਿਆਖਿਆ ਕਿਵੇਂ ਕਰੋਗੇ? ਇਹਦੇ ਦੋ ਪੱਖ ਨੇ। ਇੱਕ ਇਹਦਾ ਟੈਕਨੀਕਲ ਪੱਖ, ਇੱਕ ਹੈ ਕਿ ਇਹ ਮੁੱਦੇ ਨੂੰ ਸਿਆਸੀ ਮੁੱਦਾ ਬਣਾ ਕੇ ਬਣਾਉਣਾ। ਟੈਕਨੀਕਲ ਪੱਖ ਤਾਂ ਇਹ ਹੈ ਕਿ ਜਿਹੜੇ ਇੱਕ ਵਿਸ਼ੇਸ਼ ਕਿਸਮ ਦੇ ਕ੍ਰਿਮੀਨਲ ਨੇ, ਉਹ ਕ੍ਰਿਮੀਨਲ ਇਸ ਤਰ੍ਹਾਂ ਨੇ ਕਿ ਇੱਕ ਤਾਂ ਬੰਦੀ ਸਿੰਘਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹਨਾਂ 'ਚ ਬਹੁਤ ਸਾਰੇ ਕ੍ਰਿਮੀਨਲ ਇੱਦਾਂ ਦੇ ਨੇ ਜਿਹੜੇ ਉਹ ਅਸਲ 'ਚ ਕ੍ਰਿਮੀਨਲ ਨਹੀਂ ਸੀ। ਉਹਨਾਂ 'ਚੋਂ ਬਹੁਤ ਸਾਰੇ ਵਿਚਾਰੇ ਜੇਲ੍ਹਾਂ 'ਚ ਮਰ ਗਏ ਕਿ ਉਹ ਇੱਕ ਧਾਰਮਿਕ ਭਾਵੁਕਤਾ ਦੇ ਵਿੱਚ ਬਹਿ ਕੇ ਕੋਈ ਇਸ ਤਰ੍ਹਾਂ ਦਾ ਐਕਸ਼ਨ ਕਰ ਬੈਠੇ। ਉਹ ਐਕਸ਼ਨ ਦੇ ਵਿੱਚ ਜਿਹੜੀਆਂ ਕਾਨੂੰਨੀ ਧਾਰਾਵਾਂ ਲੱਗੀਆਂ ਉਹ ਜਾਂ ਤਾਂ ਅੱਤਵਾਦ ਦੇ ਨੇੜੇ ਤੇੜੇ ਘੁੰਮਦੀਆਂ ਨੇ ਉਹ ਧਾਰਾਵਾਂ ਕਿ ਇਹਨਾਂ ਨੇ ਅੱਤਵਾਦ ਫੈਲਾਇਆ, ਜਾਂ ਉਹਨਾਂ ਦੇ ਕੋਈ ਕੇਸ ਬਣ ਜਾਂਦੇ ਨੇ ਕਿ ਉਹਨਾਂ 'ਤੇ ਧਾਰਾਵਾਂ ਉਹ ਲੱਗ ਜਾਂਦੀਆਂ ਨੇ ਜਿਨ੍ਹਾਂ ਦੀ ਵਿਆਖਿਆ ਹੁੰਦੀ ਹੈ ਕਿ ਇਹਨਾਂ ਨੇ ਦੇਸ਼ ਧਰੋਹ ਕੀਤਾ। ਉਹਨਾਂ ਦੇ ਵਿੱਚ ਉਹਨੂੰ ਲੰਮੀਆਂ ਸਜ਼ਾਵਾਂ ਹੋ ਗਈਆਂ। ਇਹਨਾਂ ਕੇਸਾਂ 'ਚ ਵਿਸ਼ੇਸ਼ ਤੌਰ 'ਤੇ ਇੱਕ ਪੋਜੀਸ਼ਨ ਇਹ ਹੈ ਕਿ ਜਦੋਂ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰਿਹਾ ਹੋਣਾ ਹੈ। ਕੁਛ ਕੇਸਾਂ 'ਚ ਤਾਂ ਇਹ ਹੈ ਨਾ ਵੀ 6 ਮਹੀਨੇ ਦੀ ਸਜ਼ਾ ਹੋ ਗਈ, 6 ਮਹੀਨੇ ਪੂਰੇ ਹੋ ਗਏ ਤਾਂ ਆਟੋਮੈਟਿਕਲੀ ਬੰਦੇ ਨੇ ਰਿਹਾ ਹੋਣਾ ਹੈ। ਪਰ ਇਹਨਾਂ ਕੇਸਾਂ ਦੇ ਵਿੱਚ ਸਰਕਾਰ ਦੁਆਰਾ ਇੱਕ ਪ੍ਰਕਿਰਿਆ ਅਪਣਾਈ ਜਾਂਦੀ ਹੈ। ਇਹ ਕਹਿ ਲਓ, ਸਿੱਧੇ ਸ਼ਬਦਾਂ 'ਚ ਇਹ ਕਹਿ ਲਓ ਕਿ ਸਰਕਾਰ ਨੇ ਇੱਕ ਰਿਕਮੈਂਡੇਸ਼ਨ ਦੇਣੀ ਹੁੰਦੀ ਹੈ ਜੇਲ੍ਹ ਵਿਭਾਗ ਨੂੰ ਕਿ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ। ਉਹਦੀ ਇੱਕ ਵਿਧੀ ਹੈ, ਨੀਚੇ ਤੋਂ ਚੱਲ ਕੇ ਫਾਈਲ ਹੋਮ ਵਿਭਾਗ ਦੇ ਥਰੂ ਸਿਰੇ ਤੱਕ ਕਲੀਅਰ ਹੋ ਕੇ ਉਹ ਫਾਈਲ ਆਉਂਦੀ ਹੈ, ਫਿਰ ਜਾ ਕੇ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਹੈ। ਹੁਣ ਇਹ ਜਿਹੜੇ ਇਸ ਤਰ੍ਹਾਂ ਦੇ ਸਿੰਘ ਨੇ ਜਿਨ੍ਹਾਂ ਨੂੰ ਬੰਦੀ ਸਿੰਘ ਕਿਹਾ ਜਾਂਦਾ ਹੈ, ਜਾਂ ਇਹ ਕਹਿ ਲਓ ਜਿਨ੍ਹਾਂ ਨੂੰ ਇਹਨਾਂ ਧਾਰਾਵਾਂ ਥੱਲੇ ਸਜ਼ਾਵਾਂ ਹੋਈਆਂ ਨੇ, ਬਹੁਤ ਸਾਰਿਆਂ 'ਚ ਕਲੇਮ ਕੀਤਾ ਜਾਂਦਾ ਹੈ ਕਿ ਉਹ ਜਿਹੜੀਆਂ ਧਾਰਾਵਾਂ ਨੇ ਉਹ ਲਾਉਣ ਵੇਲੇ ਹੀ ਉਹਨਾਂ ਨਾਲ ਜ਼ਿਆਦਤੀ ਹੋਈ। ਜਦੋਂ ਕਿ ਇੱਕ ਪਾਸੇ ਹੁਣ ਸੁਪਰੀਮ ਕੋਰਟ ਵਗੈਰਾ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਦੇ ਦਿੱਤੀਆਂ ਕਿ ਜਿਹੜਾ ਦੇਸ਼ ਧਰੋਹ ਦਾ ਦੋਸ਼ ਹੈ ਇਹਦੇ ਥੱਲੇ ਕੋਈ ਕੇਸ ਚੱਲਣਾ ਚਾਹੀਦਾ ਹੀ ਨਹੀਂ। ਕਾਨੂੰਨ ਤੋਂ ਉੱਪਰ ਉੱਠ ਕੇ ਜੇ ਆਪਾਂ ਵਿਚਾਰ ਕਰੀਏ, ਮੈਂ ਵੀ ਇਸ ਵਿਚਾਰ ਦਾ, ਬਹੁਤ ਸਾਰੇ ਵਿਚਾਰ ਇਹ ਨੇ ਕਿ ਜਦੋਂ ਵੀ ਸਰਕਾਰ ਨੂੰ ਲੱਗਦਾ ਹੈ ਕਿ ਕੋਈ ਐਕਸ਼ਨ ਹੈ, ਜਿਹੜਾ ਕੋਈ ਵਿਰੋਧ ਹੈ ਪ੍ਰਸ਼ਾਸਨ ਦੇ ਵਿਰੁੱਧ ਜਾਂ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਹੋ ਰਿਹਾ ਹੈ, ਉਹ ਉਹਦੇ ਵਿੱਚ ਇਸ ਤਰ੍ਹਾਂ ਦਾ ਜ਼ਾਲਮਾਨਾ ਵਤੀਰਾ ਵਰਤਦੀ ਹੈ ਕਿ ਜੀ ਇਹਨਾਂ ਨੂੰ ਇਹ ਦੇਸ਼ ਧਰੋਹ ਦੀਆਂ ਲਾ ਕੇ ਧਾਰਾਵਾਂ। ਰਾਜਨੀਤਿਕ ਬੰਦਿਆਂ ਨੂੰ ਵੀ ਕਈ ਵਾਰ ਹੁੰਦਾ ਇੱਦਾਂ ਕਿ ਇਹਨਾਂ ਸਾਰਿਆਂ ਨੂੰ ਅੰਦਰ ਕਰ ਦਿਓ ਜੀ। ਉਸ ਧਾਰਾ ਦੇ ਵਿੱਚ ਜਲਦੀ ਜ਼ਮਾਨਤ ਨਹੀਂ ਹੁੰਦੀ। ਜੇ ਸਜ਼ਾ ਹੋ ਜੇ ਫਿਰ ਆਹ ਪ੍ਰਕਿਰਿਆ ਜਿਹੜੀ ਆਪਾਂ ਕਹਿੰਦੇ ਹਾਂ ਬੰਦੀ ਸਿੰਘਾਂ ਵਾਲੀ ਦੇ ਵਿੱਚ ਚਲਾ ਜਾਂਦਾ ਹੈ। ਪਰੰਤੂ ਮੈਂ ਇਹ ਕਹਿਣਾ ਕਿ ਜਿਹੜਾ ਲੋਕਤੰਤਰ ਹੈ, ਹੋਰ ਬੜੇ ਲੋਕ ਇਸ ਵਿਚਾਰ ਦੇ ਨੇ, ਲੋਕਤੰਤਰ ਦੇ ਵਿੱਚ ਤੁਹਾਨੂੰ ਸੁਤੰਤਰ ਵਿਚਾਰ ਦੇਣ ਦੀ ਲੋੜ ਹੈ, ਦੇ ਸਕਦੇ ਹੋ। ਸੁਤੰਤਰ ਵਿਚਾਰਾਂ ਦਾ ਮਤਲਬ ਇਹ ਹੈ ਵੀ ਕਿਸੇ ਵੀ ਨੀਤੀ ਦਾ ਵਿਰੋਧ ਕਰ ਸਕਦੇ ਹੋ, ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਹੋਏ, ਇੱਥੋਂ ਤੱਕ ਕਿ ਵੱਖਰੀ ਸਟੇਟ ਦੀ ਵੀ ਮੰਗ ਕਰ ਸਕਦੇ ਹੋ। ਤੇ ਫਿਰ ਦੇਸ਼ ਧਰੋਹ ਕੀ ਹੋਇਆ? ਫਿਰ ਦੇਸ਼ ਧਰੋਹ ਲਾਇਆ ਕਿਉਂ ਜਾਂਦਾ ਹੈ?
ਦੇਸ਼ ਧਰੋਹ ਦਾ ਮਤਲਬ ਇਹੀ ਹੋਇਆ ਨਾ ਕਿ ਇਹ ਪੁਰਾਣੇ ਜਿਹੜਾ ਕਲੋਨੀਅਲਿਜ਼ਮ ਜਿਹਨੂੰ ਅਸੀਂ ਕਹਿੰਦੇ ਸੀ ਨਾ, ਅੰਗਰੇਜ਼ਾਂ ਦੇ ਸਮੇਂ ਦੇ ਜਿਹੜੇ ਰਾਜ ਸੀ ਉਹ ਕਲੋਨੀਅਲਿਜ਼ਮ ਕਹੇ ਸੀ, ਇੱਕ ਮੁਲਕ ਤੇ ਦੂਜੇ ਮੁਲਕ ਦਾ ਕਬਜ਼ਾ ਸੀ। ਉਦੋਂ ਇਹਨਾਂ ਧਰਾਵਾਂ ਦੀ ਮਦਦ ਲਈ ਜਾਂਦੀ ਸੀ ਕਿ ਕਿਸੇ ਨੂੰ ਅੰਦਰ ਪਾਉਣ ਲਈ ਇੱਕ ਛੋਟਾ ਜਿਹਾ ਇੱਕ ਲਾਓ, ਕੇਸ ਪਾਓ ਤੇ ਨਾਲ ਉਹਦੇ ਦੇਸ਼ ਧਰੋਹ ਦੀ ਧਾਰਾ ਲਾ ਦਿਓ ਤਾਂ ਕਿ ਮੁੜ ਕੇ ਨਾ ਜ਼ਮਾਨਤ ਹੋਵੇ ਨਾ ਲੈਣਾ ਦੇਣਾ, ਬੰਦਾ ਅੰਦਰ ਗਲੀ ਜਾਵੇ। ਇਸ ਤਰ੍ਹਾਂ ਕੁਛ ਗੱਲਾਂ ਇਹਦੇ ਵਿੱਚ ਇਹ ਹੋਈਆਂ ਜਿਹਦੇ ਵਿੱਚ ਸਪੈਸ਼ਲੀ ਇਹਨਾਂ ਨੂੰ ਵੀ ਬੰਦੀ ਸਿੰਘਾਂ ਦੀ ਇਹ ਕੈਟਾਗਰੀ 'ਚ ਪਾ ਲਿਆ ਇਹਨਾਂ ਨੇ। ਹਵਾਰਾ ਕੇਸ ਵੀ, ਜਾਂ ਤੁਸੀਂ ਇਹ ਕਹਿ ਲਓ ਕਿ ਬੇਅੰਤ ਸਿੰਘ ਮਰਡਰ ਕੇਸ ਦੇ ਜਿਹੜੇ ਦੋਸ਼ੀ ਪਾਏ ਗਏ ਉਹ, ਜਾਂ ਇਸ ਤਰ੍ਹਾਂ ਦੇ ਕਿਸੇ ਹੋਰ ਕਤਲਾਂ 'ਚ ਜਿਹੜੇ ਨਿਯਮਾਂ ਅਨੁਸਾਰ ਸਾਡੀ ਨਿਆਂਪਾਲਿਕਾ ਨੇ ਦੋਸ਼ੀ ਠਹਿਰਾ ਦਿੱਤੇ ਗਏ ਕਿ ਇਹ ਕੇਸਾਂ 'ਚ ਦੋਸ਼ੀ ਨੇ, ਸਜ਼ਾਵਾਂ ਹੋ ਗਈਆਂ। ਹੁਣ ਉਹਨਾਂ ਕੇਸਾਂ ਦੇ ਵਿੱਚ ਜੇ ਤਾਂ ਕੋਈ ਵੀ ਸਰਕਾਰ ਰეკਮੈਂਡ ਕਰਦੀ ਹੈ ਕਿ ਜੀ ਹੁਣ ਇਹਨਾਂ ਨੂੰ ਛੱਡ ਦਿੱਤਾ ਜਾਵੇ, ਹਰ ਇੱਕ ਸਰਕਾਰ ਨੂੰ ਇਹ ਲੱਗਦਾ ਹੈ ਵੀ ਸਾਡੇ ਤੇ ਫਿਰ ਇਹ ਪ੍ਰਚਾਰ ਸ਼ੁਰੂ ਹੋ ਜਾਏਗਾ ਕਿ ਦੇਖੋ ਜੀ ਇਹਨਾਂ ਨੇ ਜਿਹੜੇ ਦੇਸ਼ ਧਰੋਹ ਦੇ ਮਾਮਲੇ ਸੀ ਉਹਨਾਂ ਤੇ ਵੀ ਇਹਨਾਂ ਦਾ ਆ ਸਟੈਂਡ ਹੈ। ਇਹ ਦੇਸ਼ ਧਰੋਹੀਆਂ ਦੇ ਨਾਲ ਖੜਦੀ ਹੈ ਪੋਲੀਟੀਕਲ ਪਾਰਟੀ ਜਿਹਦੀ ਸਰਕਾਰ ਹੈ ਸੂਬੇ 'ਚ। ਇਸ ਕਰਕੇ ਕੋਈ ਵੀ ਸਰਕਾਰ ਇਸ ਗੱਲ ਤੋਂ ਟਾਲਾ ਵੱਟਦੀ ਰਹੀ, ਚਾਹੇ ਉਹ ਅਕਾਲੀ ਸਰਕਾਰ ਸੀ, ਚਾਹੇ ਉਹ ਕਾਂਗਰਸ ਸਰਕਾਰ ਸੀ, ਚਾਹੇ ਉਹ ਬੀਜੇਪੀ ਸਰਕਾਰ ਹੈ, ਚਾਹੇ ਉਹ ਅਕਾਲੀ ਦਲ ਤੇ ਬੀਜੇਪੀ ਦੀ ਮਿਲੀ ਹੋਈ ਸਰਕਾਰ ਸੀ। ਉਹ ਟਾਲਾ ਤਾਂ ਵੱਟਦੀ ਹੈ ਵੀ ਕੱਲ੍ਹ ਨੂੰ ਪਬਲਿਕ ਦੇ ਵਿੱਚ, ਜਾਂ ਜਿਵੇਂ ਬੀਜੇਪੀ ਨੇ ਜਿਹੜਾ ਦੇਸ਼ ਭਗਤੀ ਦਾ ਲਾਇਸੈਂਸ ਸਿਰਫ ਆਪਣੀ ਪਾਰਟੀ ਕੋਲ ਹੀ ਰੱਖ ਲਿਆ ਕਿ ਸਾਡੇ ਕੋਲ ਹੀ ਆਏ, ਬਾਕੀ ਕੋਈ ਦੇਸ਼ ਭਗਤ ਹੈ ਹੀ ਨਹੀਂ, ਤਾਂ ਇਹ ਡਰਦੇ ਮਾਰੇ ਕਿ ਉਹ ਵੱਡੀ ਪੱਧਰ ਤੇ ਪ੍ਰਚਾਰ ਨਾ ਹੋਵੇ। ਉਸ ਗੱਲ ਦੇ ਵਿੱਚ ਉਹ ਕੁਝ ਲੋਕ ਇੱਦਾਂ ਦੇ ਹਨ ਜਿਨ੍ਹਾਂ ਦੀਆਂ ਸਜ਼ਾਵਾਂ ਜਿੰਨੀਆਂ ਸਜ਼ਾਵਾਂ ਟਨਿਓਰ ਦੀਆਂ ਸਰਕਾਰ ਨੇ ਦਿੱਤੀਆਂ ਸੀ ਉਹ ਪੂਰੀਆਂ ਹੋ ਗਈਆਂ। ਹੁਣ ਉਹਨਾਂ ਦੀ ਰਿਹਾਈ ਦੇ ਵਿੱਚ ਉਹ ਸਰਕਾਰੀ ਪੱਖ ਦੀ ਉਲਝਣ ਹੈ। ਇਸ ਤੋਂ ਬਿਨਾਂ ਫਿਰ ਇੱਕ ਹੋਰ ਮੁੱਦਾ ਇਹ ਹੈ ਕਿ ਜਿਹੜੇ ਇਹ ਲੋਕ ਨੇ ਜਿਨ੍ਹਾਂ ਨੂੰ ਅਸੀਂ ਬੰਦੀ ਸਿੰਘ ਕਹਿੰਦੇ ਹਾਂ, ਇੱਕ ਸਿਚੁਏਸ਼ਨ ਦੇ ਵਿੱਚ ਇਹ ਇੱਕ ਸਟੇਟ ਤੋਂ ਵੱਧ ਸਟੇਟਾਂ 'ਚ ਨੇ ਲੋਕ। ਮੰਨ ਲਓ ਕੁਛ ਸਿੱਖ ਦਿੱਲੀ ਦੇ ਹੋਣ, ਕੁਛ ਪੰਜਾਬ ਦੇ ਨੇ, ਕੋਈ ਹਰਿਆਣੇ ਦਾ ਹੋ ਸਕਦਾ ਹੈ, ਕੋਈ ਮਹਾਰਾਸ਼ਟਰ ਦਾ, ਮੱਧ ਪ੍ਰਦੇਸ਼ ਦਾ ਹੋ ਸਕਦਾ ਹੈ। ਹੁਣ ਉਹਨਾਂ ਦੇ ਵਿੱਚ ਉਹਨਾਂ ਸਰਕਾਰਾਂ ਦੀ ਰਿਕਮੈਂਡੇਸ਼ਨ ਆਊਗੀ, ਠੀਕ ਹੈ ਕਿ ਨਹੀਂ? ਉਹ ਸਰਕਾਰਾਂ ਸਹਿਮਤ ਨਹੀਂ। ਇਸ ਦੇ ਲਈ ਇੱਕ ਤਾਂ ਕਾਨੂੰਨੀ ਹਿੱਚ ਇਹ ਹੈ, ਦੂਜਾ ਜਿਹਦਾ ਸਭ ਤੋਂ ਵੱਡਾ ਰੋਲ ਹੈ, ਜਿਹੜੀ ਸਿੱਖਾਂ ਦੀ ਪ੍ਰਤੀਨਿਧ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ, ਜਦੋਂ ਉਹ ਤਾਕਤ 'ਚ ਸੀਗੀ ਉਹ ਸਮੇਂ ਸਿਰ ਇਹ ਫਾਈਲਾਂ ਉਹਨਾਂ ਤੋਂ ਮੂਵ ਨਹੀਂ ਹੋ ਸਕੀਆਂ, ਸ਼ਾਇਦ ਇਸ ਦਬਾਅ ਕਰਕੇ ਜਿਹੜਾ ਮੈਂ ਕਹਿਣਾ। ਇੱਕ ਤਾਂ ਬੀਜੇਪੀ ਦੇ ਨਾਲ ਰਲ ਕੇ ਚੱਲਣਾ ਸੀ, ਬੀਜੇਪੀ ਇਹ ਨਹੀਂ ਚਾਹੂਗੀ ਕਿ ਉਹਨਾਂ ਤੇ ਕੋਈ ਐਦਾਂ ਦਾ ਐਲੀਗੇਸ਼ਨ ਲੱਗੇ ਕਿ ਇਹ ਕਿਸੇ ਵੀ ਦੇਸ਼ ਧਰੋਹੀ ਦੇ ਨਾਲ ਖੜੇ ਨੇ। ਇਸ ਕਰਕੇ ਮਤਲਬ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਇਹ ਹਿੰਮਤ ਨਹੀਂ ਹੋਈ ਸਮੇਂ ਸਿਰ, ਇਹ ਉਹ ਕੁਛ ਨਹੀਂ ਕਰ ਸਕੇ ਜਿਹੜਾ ਇਹਨਾਂ ਨੂੰ ਕਰ ਦੇਣਾ ਚਾਹੀਦਾ ਸੀ। ਪਰੰਤੂ ਹੁਣ ਕੀ ਹੋਇਆ ਕਿ 5 ਸਾਲ ਅਮਰਿੰਦਰ ਸਿੰਘ ਵੇਲੇ ਲੰਘ ਗਏ, ਕਾਂਗਰਸ ਵੇਲੇ 5 ਹੁਣ ਨਿਕਲ ਜਾਣੇ ਨੇ, ਅਕਾਲੀ ਦਲ ਆਲਮੋਸਟ ਆਊਟ ਹੋ ਗਿਆ। ਉਹ ਆਊਟ ਹੋਣ ਦੇ ਉੱਤੇ ਵੱਡੇ ਦੋਸ਼ ਆ ਗਏ। ਬੰਦੀ ਸਿੰਘ ਵਾਲਾ ਦੋਸ਼ ਵੀ ਬਹੁਤ ਵੱਡਾ ਹੈ, ਤੇ ਇੱਧਰ ਜਿਹੜਾ ਸਰਸੇ ਵਾਲੇ ਬਾਬੇ ਨਾਲ ਰਲਗੱਡ ਹੋਣ ਦਾ ਦੋਸ਼ ਵੀ ਬਹੁਤ ਵੱਡਾ ਹੈ, ਕਿਉਂਕਿ ਇਸ ਗੱਲ ਦਾ ਕੋਈ ਜਵਾਬ ਨਹੀਂ ਆ ਰਿਹਾ ਵੀ ਕੀ ਕਰੀਏ। ਇਸੇ ਤਰ੍ਹਾਂ ਇਸ ਇਸ਼ੂ ਨੂੰ ਦੂਜੇ ਪਾਸੇ ਉਠਾਇਆ ਜਾਂਦਾ ਹੈ, ਭਾਵੇਂ ਕਾਂਗਰਸ ਦੱਬੀ ਸੁਰ 'ਚ ਬੋਲੀ ਬੋਲਦੀ ਹੈ, ਪਰ ਫਿਰ ਵੀ ਜਿਹੜੇ ਬੇਅੰਤ ਸਿੰਘ ਦੇ ਰਿਸ਼ਤੇਦਾਰ ਸਿਆਸਤ ਦੇ ਵਿੱਚ ਨੇ ਉਹ ਉਦੋਂ ਹੀ ਇਹ ਗੱਲ ਉਠਾ ਦਿੰਦੇ ਨੇ ਕਿ ਦੇਖੋ ਜੀ ਇਹ ਤਾਂ ਕਾਤਲਾਂ ਦੀ ਸਪੋਰਟ ਕਰ ਰਹੇ ਨੇ। ਜਦੋਂ ਇਹ ਗੱਲ ਆਉਂਦੀ ਹੈ ਕਾਤਲਾਂ ਦੀ ਸਪੋਰਟ ਕਰ ਰਹੇ ਨੇ ਤਾਂ ਬੀਜੇਪੀ ਉੱਥੇ ਸਾਇਲੈਂਟ ਹੋ ਜਾਂਦੀ ਹੈ। ਭਾਵੇਂ ਅਕਾਲੀ ਦਲ ਜਿੰਨੀ ਮਰਜ਼ੀ ਉੱਚੀ ਆਵਾਜ਼ ਉਠਾਵੇ, ਬੀਜੇਪੀ ਸਾਇਲੈਂਟ ਹੋ ਜਾਂਦੀ ਹੈ ਵੀ ਆਪਾਂ ਇਸ ਗੱਲ 'ਚ ਆਪਾਂ ਕਿਉਂ ਫਸੀਏ। ਬਿਲਕੁਲ ਸਮਝ ਗਏ ਨਾ? ਇਹਦੇ ਵਿੱਚ ਇਹ ਸਭ ਤੋਂ ਵੱਡਾ ਪੇਚ ਹੈ। ਇਹ ਪੇਚ ਨੂੰ ਹੱਲ ਕਰਨਾ ਸੀ ਜਿਹੜਾ ਜਦੋਂ ਸਰਕਾਰ 'ਚ ਉਹ ਬੈਠੇ ਸੀ ਉਦੋਂ ਸ਼ਾਇਦ ਇਹ ਸੌਖਾ ਹੱਲ ਹੋ ਸਕਦਾ ਸੀ। ਹੁਣ ਇਸ ਦੇ ਵਿੱਚ ਜਿਵੇਂ ਮਰਜ਼ੀ ਹੈ, ਜਦੋਂ ਬੀਜੇਪੀ ਕਹਿੰਦੀ ਹੈ ਕਿ ਅਸੀਂ ਘਰ ਘਰ ਤਿਰੰਗਾ ਲਹਿਰਾਵਾਂਗੇ, ਉਸੇ ਤਿਰੰਗੇ ਨੂੰ ਆਮ ਆਦਮੀ ਪਾਰਟੀ ਉਦੋਂ ਵੀ ਮੂਹਰੇ ਲੈ ਕੇ ਚੱਲਦੀ ਹੈ।
ਮੇਰਾ ਕਹਿਣ ਤੋਂ ਭਾਵ ਇੱਥੇ ਹੈ ਕਿ ਜਿਹੜਾ ਉਹ ਦੇਸ਼ ਭਗਤੀ ਦਾ ਦਿਖਾਵਾ ਬੀਜੇਪੀ ਕਰਦੀ ਹੈ, ਆਮ ਆਦਮੀ ਪਾਰਟੀ ਉਹ ਦਿਖਾਵਾ ਕਰਨ ਲਈ ਉਸ ਤੋਂ 4 ਕਦਮ ਅੱਗੇ ਚੱਲਦੀ ਹੈ, ਬਿਲਕੁਲ ਸੇਮ ਮਾਡਲ ਤੇ ਚੱਲਦੀ ਹੈ ਇਸ ਵਿਸ਼ੇ ਤੇ। ਹੁਣ ਉਹਨਾਂ ਨੂੰ ਵੀ ਇਹ ਔਖਾ ਕੰਮ ਹੈ, ਉਹ ਵੀ ਨਹੀਂ ਚਾਹਣਗੇ ਕਿ ਅਸੀਂ ਇੱਦਾਂ ਦਾ ਲੇਬਲ ਲਗਾਈਏ। ਇਸ ਕਰਕੇ ਹਮੇਸ਼ਾ ਪੋਲੀਟੀਕਲ ਪਾਰਟੀਆਂ ਇਸ ਤਰ੍ਹਾਂ ਦੇ ਮੁੱਦੇ ਲੈ ਕੇ ਬਹੁਤ ਖੁਸ਼ ਹੁੰਦੀਆਂ ਨੇ ਜਿਹੜਿਆਂ ਦਾ ਹੱਲ ਨਾ ਹੋਵੇ, ਪਰ ਉਹ ਮੁੱਦੇ ਲੋਕਾਂ ਨੂੰ ਜਿਹੜੀ ਭਾਵੁਕਤਾ ਹੈ ਲੋਕਾਂ ਦੀ ਉਸ ਨੂੰ ਭਣਾਉਣ ਦੇ ਵਿੱਚ ਕੰਮ ਆਉਣ ਤੇ ਦੇਖਣ 'ਚ ਇਹ ਲੱਗੇ ਕਿ ਦੇਖੋ ਜੀ ਇਹ ਜਿਹੜੀ ਜ਼ਿਆਦਤੀ ਹੈ ਇਹਨਾਂ ਕੈਦੀਆਂ ਨਾਲ ਇਹ ਤਾਂ ਹੋ ਰਹੀ ਹੈ ਕਿਉਂਕਿ ਇਹ ਇੱਕ ਵਿਸ਼ੇਸ਼ ਧਰਮ ਵਿਸ਼ੇਸ਼ ਕੌਮ ਨਾਲ ਸੰਬੰਧ ਰੱਖਦੇ ਨੇ। ਉਹ ਫਿਰ ਸਾਰੀ ਕੌਮ ਨੂੰ ਲੱਗਦਾ ਹੈ ਕਿ ਇਹ ਬਹੁਤ ਜ਼ਿਆਦਤੀ ਹੈ। ਸਿਧਾਂਤਕ ਤੌਰ ਤੇ ਹਰ ਇੱਕ ਨੂੰ ਲੱਗਦਾ ਹੈ ਵੀ ਯਾਰ ਜਦੋਂ ਜੇ ਕਿਸੇ ਨੂੰ 20 ਸਾਲ ਦੀ ਸਜ਼ਾ ਹੋ ਗਈ, ਉਹਦੇ 20 ਸਾਲ ਪੂਰੇ ਹੋ ਗਏ ਤੇ 25 ਵੀ ਹੋ ਗਏ, ਹੁਣ ਉਹਨੂੰ ਕਿਉਂ ਨਹੀਂ ਛੱਡਿਆ ਜਾਂਦਾ? ਮਤਲਬ ਇਹ ਕਿਹੜਾ ਨਿਯਮ ਹੈ, ਇਹ ਸੰਵਿਧਾਨ ਦੀ ਕਿਹੜੀ ਧਾਰਾ ਹੈ? ਠੀਕ ਹੈ ਕਿ ਨਹੀਂ? ਇਸ ਕਰਕੇ ਅਕਾਲੀ ਦਲ ਦੇ ਹੱਥ 'ਚ ਮੁੱਦਾ ਆਇਆ, ਅਕਾਲੀ ਦਲ ਉਹਨੂੰ ਭਣਾਉਣ ਤੇ ਲੱਗਿਆ ਹੋਇਆ ਹੈ। ਅਕਾਲੀ ਦਲ ਨੂੰ ਅੰਦਰੋਂ ਇੱਕ ਡਰ ਲੱਗ ਰਿਹਾ ਹੈ, ਅਕਾਲੀ ਦਲ ਬਾਦਲ ਤੋਂ ਹੈ ਮੇਰਾ ਭਾਵ ਇੱਥੇ। ਉਹਨਾਂ ਨੂੰ ਇਹ ਡਰ ਲੱਗ ਰਿਹਾ ਹੈ ਕਿ ਜਿਹੜੀ ਵਿਰੋਧੀ ਸਿੱਖ ਰਾਜਨੀਤਿਕ ਧਾਰਾਵਾਂ ਨੇ ਕਿਤੇ ਉਹ ਮੁੱਦਾ ਭਾਵੁਕਤਾ ਦੇ ਵਿੱਚ ਉਹਨਾਂ ਦੇ ਹੱਥ ਨਾ ਲੱਗ ਜਾਵੇ ਕਿ ਅਸੀਂ ਇਸ ਮੁੱਦੇ 'ਚ ਵੀ ਆਊਟ ਹੀ ਹੋ ਜਾਈਏ। ਬਿਲਕੁਲ ਸਮਝ ਗਏ ਨਾ? ਸੋ ਇਸ ਗੱਲ ਨੂੰ ਮੈਂ ਸਮਝਦਾ ਕਿ ਉਹਨਾਂ ਦੇ ਉੱਤੇ ਇਹ ਵੀ ਇੱਕ ਵੱਡਾ ਪ੍ਰੈਸ਼ਰ ਹੈ ਕਿ ਇਹ ਨਾ ਹੋਵੇ ਇਹ ਮੁੱਦਾ ਭਾਵੁਕਤਾ ਵਾਲਾ ਹੈ, ਸਿੱਖ ਹਿਰਦਿਆਂ ਨੂੰ ਇਹਦੀ ਅਪੀਲ ਹੈ। ਇੱਥੇ ਆ ਕੇ ਅਸੀਂ ਉਹ ਕੁਝ ਭੁੱਲ ਜਾਂਦੇ ਹਾਂ ਤੇ ਸਾਹਮਣੇ ਵਾਲੇ ਕੋਈ ਕੋਲੇ ਦਲੀਲ ਨਹੀਂ ਹੁੰਦੀ। ਮੰਨ ਲਓ ਜੇ ਅਸੀਂ ਕਹੀਏ ਕਿ ਇੱਕ ਫਲਾਣੇ ਰਾਜਨੀਤਿਕ ਨੇਤਾ ਦੇ ਕਾਤਲ ਸੀ, ਜਿਹੜੇ ਕਾਤਲਾਂ ਤੋਂ ਭਾਵ ਇਹ ਨਹੀਂ ਪਤਾ ਨਹੀਂ ਉਹਨਾਂ ਨੇ ਕਤਲ ਕੀਤਾ ਨਹੀਂ ਕੀਤਾ, ਇੱਕ ਵੱਖਰਾ ਵਿਸ਼ਾ ਹੈ, ਲੇਕਿਨ ਕੋਰਟ ਨੇ ਉਹਨਾਂ ਨੂੰ ਦੋਸ਼ੀ ਠਹਿਰਾਤਾ। ਦੋਸ਼ੀ ਠਹਿਰਾ ਕੇ ਉਹਨਾਂ ਨੂੰ 15 ਸਾਲ ਦੀ 10 ਸਾਲ ਦੀ 20 ਸਾਲ ਦੀ ਸਜ਼ਾ ਹੋ ਗਈ, 20 ਸਾਲ ਪੂਰੇ ਹੋ ਗਏ। ਜਦੋਂ ਇੱਕ ਕਮਿਊਨਿਟੀ ਵੱਲੋਂ ਇਹ ਮੰਗ ਉੱਠਦੀ ਹੈ ਕਿ ਹੁਣ ਜੇ 20 ਪੂਰੇ ਹੋ ਗਏ ਹੁਣ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾਂਦਾ, ਤਾਂ ਜਿਹੜੇ ਉਹਨਾਂ ਦੇ ਸਪੋਰਟਰ ਨੇ ਉਹਨਾਂ ਕੋਲੇ ਵੀ ਕੋਈ ਦਲੀਲ ਨਹੀਂ ਵੀ ਯਾਰ ਇਹ ਤਾਂ ਗੱਲ ਠੀਕ ਹੈ, ਫਿਰ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾਂਦਾ ਹੁਣ। ਪਰ ਉਹਦਾ ਪ੍ਰਕਿਰਿਆ ਇਹ ਹੈ ਜਿਹੜੀ ਮੈਂ ਤੁਹਾਨੂੰ ਦੱਸਦਾ ਕਿ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਸਮੇਂ ਦੀ ਸਰਕਾਰ ਹੈ ਉਹਦੀ ਸ਼ਮੂਲੀਅਤ ਹੈ, ਉਹ ਆਪਣਾ ਰੋਲ ਨਿਭਾ ਨਹੀਂ ਰਹੀ ਸਿਰਫ ਇਸ ਕਰਕੇ ਕਿ ਇਹਦਾ ਡਿਸਕ੍ਰੈਡਿਟ ਸਾਨੂੰ ਨਾ ਜਾਵੇ। ਸੋ ਇਹਦੇ ਇਹ ਦੋ ਪੱਖ ਨੇ ਕਿ ਇੱਕ ਟੈਕਨੀਕਲ ਇਸ਼ੂ ਹੈ, ਦੂਜਾ ਇਸ ਮੁੱਦੇ ਤੋਂ ਇਹ ਸਿੱਖ ਸਾਈਕੀ ਨਾਲ ਜੁੜਿਆ ਹੋਇਆ ਹੈ, ਸਿੱਖ ਮਨੋਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹਮੇਸ਼ਾ ਇਹ ਡਰ ਆਉਣ ਵਾਲੇ ਸਮੇਂ 'ਚ ਵੀ ਅੱਜ ਵੀ ਬਣਿਆ ਹੋਇਆ ਹੈ, ਆਉਣ ਵਾਲੇ ਸਮੇਂ 'ਚ ਵੀ ਬਣਿਆ ਰਹੂਗਾ। ਇਸ ਤੋਂ ਵੀ ਅੱਗੇ ਇੱਕ ਹੋਰ ਡਰ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਅਨਾਉਂਸ ਕਰ ਦਿੱਤਾ ਹੈ, ਤੁਸੀਂ ਅੱਜ ਵੀ ਉਹਨਾਂ ਦਾ ਇੱਕ ਹੈ ਕਿ ਕਿਸੇ ਡੀਸੀ ਨੂੰ ਅੱਜ ਉਹਨਾਂ ਨੇ ਇੱਕ ਮੰਗ ਪੱਤਰ ਦੇਣਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਅਗਵਾਈ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਅਗਵਾਈ ਵਿੱਚ ਕਿਉਂ? ਕਿਉਂਕਿ ਇਸ ਮੁੱਦੇ ਨੂੰ ਉਹ ਇਹ ਦਿਖਾਉਣਾ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਕਿ ਇਹ ਮੁੱਦਾ ਜਿਹੜਾ ਇਹ ਰਾਜਨੀਤਿਕ ਨਾ ਹੋ ਕੇ ਇਹ ਸਾਡਾ ਧਾਰਮਿਕ ਮੁੱਦਾ ਹੈ। ਧਾਰਮਿਕ ਮੁੱਦੇ ਦੇ ਤੌਰ ਤੇ ਅਸੀਂ ਸਿੱਖ ਭਾਈਚਾਰੇ ਨਾਲ ਖੜੇ ਹਾਂ। ਸਿੱਖ ਭਾਈਚਾਰਾ ਚਾਹੁੰਦਾ ਹੈ ਕਿ ਧਾਰਮਿਕ ਤੌਰ ਤੇ ਜਿਹੜੀ ਇਹ ਜ਼ਿਆਦਤੀ ਹੋ ਰਹੀ ਹੈ ਇਹਦਾ ਕੋਈ ਹੱਲ ਹੋਵੇ। ਜੇ ਤਾਂ ਇਸ ਮੁੱਦੇ ਤੇ ਕੋਈ ਐਜੀਟੇਸ਼ਨ ਸ਼ੁਰੂ ਹੋ ਜਾਂਦੀ ਹੈ ਫਿਰ ਵੀ ਇੱਕ ਬਹੁਤ ਗੰਭੀਰ ਸੰਕਟ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਦੂਜੇ ਰਾਜਨੀਤਿਕ ਵਿੰਗ ਨੇ ਜਾਂ ਪਾਰਟੀਆਂ ਨੇ ਇਹਨਾਂ ਨੂੰ ਡਰ ਲੱਗਦਾ ਹੈ ਕਿ ਇਹ ਉਸ ਮੋਰਚੇ ਤੇ ਉਹ ਨਾ ਕਾਬਜ ਹੋ ਜਾਣ। ਕਿਉਂਕਿ ਤੁਸੀਂ ਕਿਸਾਨਾਂ ਦਾ ਅੰਦੋਲਨ ਦੇਖ ਚੁੱਕੇ ਹੋ, ਜਦੋਂ ਅੰਦੋਲਨ 'ਚ ਲੋਕ ਆਪ ਮੁਹਾਰੇ ਆਉਂਦੇ ਨੇ ਉਦੋਂ ਫਿਰ ਉਹ ਪਾਰਟੀਆਂ ਪੂਰਟੀਆਂ ਤੋਂ ਬਾਗੀ ਹੋ ਕੇ, ਜਾਂ ਇਹ ਕਹਿ ਲਓ ਬਾਗੀ ਨਾ ਸ਼ਬਦ ਕਹੀਏ ਆਪਾਂ, ਪਾਰਟੀਆਂ ਪੂਰਟੀਆਂ ਤੋਂ ਉੱਪਰ ਉੱਠ ਕੇ ਫਿਰ ਉਹ ਇੱਕ ਵਿਸ਼ੇਸ਼ ਵਰਗ ਨਾਲ ਜੁੜ ਕੇ ਚੱਲਦੇ ਨੇ, ਜਿਵੇਂ ਕਿਸਾਨਾਂ ਦਾ ਇਕੱਠ ਹੋਇਆ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇੱਕ ਇਹ ਵੀ ਡਰ ਬਣਿਆ ਰਹਿੰਦਾ ਹੈ ਕਿ ਜੇਕਰ ਅਸੀਂ ਕਿਸੇ ਭਾਵਕ ਮੁੱਦੇ ਤੇ ਕੋਈ ਐਜੀਟੇਸ਼ਨ ਲਾਂਚ ਕਰਦੇ ਹਾਂ, ਇਹ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਭਾਵਕਤਾ ਵਾਲਾ ਮੁੱਦਾ ਹੈ ਤਾਂ ਸਿੱਖਾਂ ਦੀ
ਸ਼ਮੂਲੀਅਤ ਉਸ ਵਿੱਚ ਬਹੁਤ ਵੱਧ ਚੜ ਕੇ ਹੋ ਸਕਦੀ ਹੈ, ਪਰ ਇਹ ਨਾ ਹੋਵੇ ਕਿ ਸਾਨੂੰ ਪਿੱਛੇ ਧੱਕ ਦੇਣ। ਤੇ ਦੂਜਾ ਐਂ ਵੀ ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਪਰ ਹਿੰਦੂ ਵੋਟ ਵੀ ਦੇਖਦਾ ਹੋਵੇ ਕਿ ਉਹ ਨਾ ਸਾਡੇ ਕੋਲੋਂ ਟੁੱਟ ਜਾਵੇ। ਸ਼੍ਰੋਮਣੀ ਅਕਾਲੀ ਦਲ ਕੋਲ ਭਾਵੇਂ ਉਹ ਜੋ ਮਰਜ਼ੀ ਕਹੀ ਜਾਣ, ਹਿੰਦੂ ਵੋਟ ਉਹਨਾਂ ਕੋਲ ਹੁਣ ਨਹੀਂ ਰਹੀ। ਇਸੇ ਕਰਕੇ ਉਹ ਇਸ ਮੁੱਦੇ ਨੂੰ ਚੱਕਣ ਲੱਗੇ ਨੇ। ਜਿੰਨਾ ਚਿਰ ਉਹਨਾਂ ਨੂੰ ਇਹ ਡਰ ਸੀ ਹਿੰਦੂ ਵੋਟ ਉਹਨਾਂ ਕੋਲੇ ਬੀਜੇਪੀ ਦੀ ਸਪੋਰਟ ਨਾਲ ਹੀ ਸੀ, ਹੁਣ ਹਿੰਦੂ ਵੋਟ ਜਿਹੜੀ ਹੈ ਉਹ ਜਾਂ ਕਾਂਗਰਸ ਕੋਲ ਰਹੇਗੀ ਜਾਂ ਬੀਜੇਪੀ ਕੋਲ ਰਹੇਗੀ ਜਾਂ ਆਮ ਆਦਮੀ ਪਾਰਟੀ ਕੋਲ ਰਹੇਗੀ। ਤੇ ਕਦੇ ਧਾਲੀਵਾਲ ਸਾਹਿਬ ਇਹ ਵੀ ਹੈ ਜੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਉਹ ਜਦੋਂ ਆਪਣੇ ਆਪ ਨੂੰ ਪੇਸ਼ ਕਰਦੇ ਨੇ ਜਾਂ ਗੱਲ ਰੱਖਦੇ ਨੇ, ਉਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ। ਸਿੱਖ ਲਫ਼ਜ਼ ਗਾਇਬ ਹੋ ਗਿਆ ਨਾ ਵਿੱਚੋਂ, ਪੰਜਾਬੀਆਂ ਦੀ ਪਾਰਟੀ ਬਣਾ ਕੇ ਪੇਸ਼ ਕੀਤੀ। ਇਹ ਮੈਂ ਤੁਹਾਨੂੰ ਪਹਿਲਾਂ ਵੀ ਇਹ ਸਮੇਂ ਤੇ ਇਹ ਗੱਲ ਕਲੀਅਰ ਕਰ ਚੁੱਕਿਆ ਕਿ ਕਈ ਵਾਰੀ ਕੀ ਹੁੰਦਾ ਨਾ, ਜਿਹੜਾ ਸਟੈਂਡ ਜੀ, ਜਿਹੜਾ ਵਿਚਾਰ ਕਿਸੇ ਰਾਜਨੀਤਿਕ ਪਾਰਟੀ ਨੂੰ ਅੱਜ ਸੂਟ ਕਰਦਾ ਹੈ, ਜ਼ਰੂਰੀ ਨਹੀਂ ਉਹ 2 ਸਾਲਾਂ ਬਾਅਦ ਸੂਟ ਕਰੇ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਵਾਰ ਇੱਕ ਇਸ ਤਰ੍ਹਾਂ ਦੀ ਸਿਚੁਏਸ਼ਨ ਖੜੀ ਕਰ ਲਈ। ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਨ ਲਈ ਪਹਿਲਾਂ ਇਹ ਸੀ ਕਿ ਜੋ ਵੀ ਗੁਰੂ ਨਾਨਕ ਨਾਮ ਲੇਵਾ ਹੈ, ਗੁਰੂ ਨਾਨਕ ਦੀ ਫਿਲਾਸਫੀ 'ਚ ਜੋ ਬੰਦਾ ਵਿਸ਼ਵਾਸ ਰੱਖਦਾ ਹੈ, ਗੁਰਦੁਆਰੇ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਰੱਖਦਾ ਹੈ, ਉਹ ਵਿਅਕਤੀ ਸ਼੍ਰੋਮਣੀ ਕਮੇਟੀ ਦੀ ਵੋਟ ਪਾਉਣ ਦਾ ਅਧਿਕਾਰ ਰੱਖਦਾ ਹੈ। ਉਸ ਸਮੇਂ ਇਹ ਪ੍ਰਥਾ ਨਹੀਂ ਸੀ ਕਿ ਉਹ ਬੰਦੇ ਦੇ ਕੇਸ ਬਿਲਕੁਲ ਨਾ ਕੱਟੇ ਹੋਣ, ਉਹ ਬੰਦਾ ਅੰਮ੍ਰਿਤਧਾਰੀ ਹੋਵੇ। ਉਦੋਂ ਤੱਕ ਪ੍ਰੈਕਟਿਸ ਇਹ ਸੀ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਉੱਪਰ ਇਹ ਚੀਜ਼ ਲਾਗੂ ਸੀ। ਅਹੁਦੇਦਾਰ ਨਹੀਂ ਸੀ ਬਣ ਸਕਦਾ ਪਰ ਵੋਟ ਪਾ ਸਕਦਾ ਸੀ। ਉਹਦਾ ਕਾਰਨ ਇਹ ਮੰਨਿਆ ਜਾਂਦਾ ਸੀ ਕਿ ਜਿਹੜਾ ਬੰਦਾ ਸਿੱਖ ਸਿਧਾਂਤਾਂ 'ਚ ਸ਼ਰਧਾ ਰੱਖਦਾ ਹੈ, ਉਹ ਗੁਰਦੁਆਰੇ ਨੂੰ ਕੰਟਰੀਬਿਊਟ ਕਰਦਾ ਹੈ, ਉੱਥੇ ਜਾ ਕੇ ਚੜਾਵਾ ਚੜਾਉਂਦਾ ਹੈ, ਤਾਂ ਉਹਨੂੰ ਇਹ ਹੱਕ ਹੈ ਕਿ ਉਹ ਚੜਾਵੇ ਦਾ ਹਿਸਾਬ ਵੀ ਮੰਗ ਸਕੇ। ਇਸ ਕਰਕੇ ਉਹ ਵੋਟਰ ਹੋ ਸਕਦਾ ਹੈ। ਪਰ ਜਦੋਂ ਇੱਕ ਸਿਚੁਏਸ਼ਨ ਆਈ, ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਕਿ ਇਸ ਤਰ੍ਹਾਂ ਸਾਡਾ ਜਿੱਤਣਾ ਔਖਾ ਹੋ ਜਾਏਗਾ, ਉਹਦਾ ਕਾਰਨ ਇਹ ਸੀ ਕਿ ਬਹੁਤ ਸਾਰੇ ਨੌਜਵਾਨ ਵੋਟਰ ਜਿਹੜੇ ਉਹ ਆ ਗਏ ਨਵੇਂ। ਨੌਜਵਾਨਾਂ 'ਚ ਹੌਲੀ ਹੌਲੀ ਅਕਾਲੀ ਦਲ ਜਿਹੜਾ ਪਹਿਲਾਂ ਵਾਂਗੂ ਭਾਵੁਕਤਾ ਨਾਲ ਜਿਹੜੀ ਸਿੱਖੀ ਦਾ ਪ੍ਰਚਾਰ ਕਰਦਾ ਸੀ ਉਹ ਨਹੀਂ ਕਰ ਸਕਿਆ, ਜਿਹਦੇ ਕਰਕੇ ਉਹਨਾਂ ਨੇ ਇਹ ਕੋਰਟ ਦੇ ਥਰੂ ਇਹ ਫੈਸਲਾ ਕਰਵਾ ਲਿਆ ਗਿਆ ਜਾਂ ਹੋ ਗਿਆ ਕਿ ਸਿਰਫ ਤੇ ਸਿਰਫ ਕੇਸਧਾਰੀ ਸਿੱਖ ਹੀ ਵੋਟਰ ਹੋ ਸਕਦਾ ਹੈ। ਹੁਣ ਉਹਦੇ ਵਿੱਚੋਂ ਜਿਹੜੇ ਤੁਹਾਡੇ ਵਰਗੇ ਸੱਜਣ, ਮੇਰੇ ਵਰਗੇ ਸੱਜਣ ਜਿਹੜੇ ਸਹਿਜਧਾਰੀ ਕਹਾਉਂਦੇ ਸੀ, ਉਹ ਉਸ ਵੋਟ ਪੈਟਰਨ ਤੋਂ ਸ਼੍ਰੋਮਣੀ ਕਮੇਟੀ ਚੋਂ ਬਾਹਰ ਹੋ ਗਏ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਪੈਣ ਦਾ ਸਮਾਂ ਆਇਆ ਰਾਜਨੀਤਿਕ ਤੌਰ ਤੇ, ਹੁਣ ਜਦੋਂ ਅਕਾਲੀ ਦਲ ਇਹ ਕਹਿੰਦਾ ਹੈ ਕਿ ਨਹੀਂ ਦੇ ਇਹ ਇੱਕ ਸਿੱਖਾਂ ਦੀ ਪਾਰਟੀ ਹੈ, ਉਹ ਕਹਿੰਦੇ ਮਤਲਬ ਉਦੋਂ ਤਾਂ ਸਾਨੂੰ ਸਿੱਖ ਮੰਨਦੇ ਨਹੀਂ ਤੁਸੀਂ। ਹੁਣ ਅਸੀਂ ਮਤਲਬ ਕਦੇ ਅਸੀਂ ਸਿੱਖ ਹੋ ਜਾਂਦੇ ਹਾਂ, ਕਦੇ ਅਸੀਂ ਸਿੱਖ ਨਹੀਂ ਰਹਿੰਦੇ। ਫਿਰ ਉਹਨਾਂ ਨੇ ਇਸ ਨੂੰ ਹੱਲ ਕਰਨ ਲਈ ਜਾਂ ਇਸ ਮਸਲੇ ਦਾ ਹੱਲ ਲੱਭਣ ਲਈ, ਇਹ ਸੁਖਬੀਰ ਬਾਦਲ ਜੀ ਦੇ ਸਮੇਂ ਦੀ ਉਹ ਗੱਲ ਹੈ, ਫਿਰ ਇਹਨਾਂ ਨੇ ਇੱਕ ਨਵਾਂ ਪੈਟਰਨ ਲੱਭਿਆ ਕਿ ਆਪਾਂ ਰਾਜਨੀਤਿਕ ਵਿੰਗ ਹੈ ਜਿਹੜਾ, ਇਹਨੂੰ ਸਿੱਖ ਨੁਮਾਇੰਦਿਆਂ ਦੀ ਪਾਰਟੀ ਕਹਿਣ ਦੀ ਬਜਾਏ ਇਹਨੂੰ ਪੰਜਾਬੀਆਂ ਦੀ ਨੁਮਾਇੰਦਾ ਪਾਰਟੀ ਕਹੋ। ਦੂਸਰਾ ਉਹਦੇ ਨਾਲ ਇਹ ਸੀ ਕਿ ਜਿਹੜੇ ਬੀਜੇਪੀ ਦੇ ਉਹਦੇ ਥੱਲੇ, ਉਹਦੇ ਆਪਾਂ ਕਹਿੰਦੇ ਝੰਡੇ ਥੱਲੇ ਹਿੰਦੂ ਜਿਹੜੇ ਭਰਾ ਮਦਦ ਕਰਦੇ ਸੀ, ਉਹਨਾਂ ਨੂੰ ਵੀ ਇਹ ਰਵੇ ਕਿ ਯਾਰ ਇਹ ਮੋਡਰੇਟ ਨੇ, ਰਿਲੇਟਿਵਲੀ ਨਰਮ ਖਿਆਲੀਏ ਨੇ। ਬਾਦਲ ਸਾਹਿਬ ਨੇ ਸਾਰੀ ਉਮਰ ਆਪਣਾ ਇਮੇਜ ਇਹ ਬਣਾ ਕੇ ਰੱਖਿਆ ਕਿ ਮੈਂ ਨਰਮ ਖਿਆਲੀਆਂ। ਉਹ ਸ਼ਾਇਦ ਇਸੇ ਕਰਕੇ ਸੀ ਕਿ ਉਹ ਇੱਕ ਦੂਸਰੀ ਕਮਿਊਨਿਟੀ ਨੂੰ ਜਿਹਤੋਂ ਵੋਟ ਲੈਣੀ ਹੈ, ਜਿਹੜੇ ਪੰਜਾਬੀ ਨੇ ਪਰ ਹੈ ਹਿੰਦੂ ਨੇ, ਕਿ ਉਹਨਾਂ ਤੋਂ ਵੀ ਵੋਟ ਲਈ ਜਾਵੇ। ਇਸ ਕਰਕੇ ਉਹਨਾਂ ਨੇ ਪੰਜਾਬੀ ਪਾਰਟੀ ਦਾ ਨਾਮ ਦਿੱਤਾ। ਪਰੰਤੂ ਇਹਦੇ ਨਾਲ ਉਹਨਾਂ ਤੋਂ ਵੋਟ ਲੈਣ 'ਚ ਭਾਵੇਂ ਉਹ ਕਾਮਯਾਬ ਰਹੇ ਬੀਜੇਪੀ ਨਾਲ ਲੱਗ ਕੇ, ਪਰੰਤੂ ਉਹਦੇ ਨਾਲ ਇਹ ਹੋਇਆ ਕਿ ਸਿੱਖਾਂ ਦੇ ਵਿੱਚ ਜਿਹੜੇ ਉਹਨਾਂ ਦੇ ਵਿਰੋਧੀ ਸੀ, ਉਹਨਾਂ ਨੇ ਇਹ ਸਟੈਂਡ ਨੂੰ ਬਹੁਤ ਕ੍ਰਿਟੀਸਾਈਜ਼ ਕੀਤਾ ਕਿ ਹੁਣ ਇਹ ਸਿੱਖਾਂ ਦੀ ਪਾਰਟੀ ਨਹੀਂ ਰਹੀ। ਤੇ ਉਹ ਜਿਹੜੀਆਂ ਸਿੱਖ ਨੁਮਾਇੰਦਾ ਪਾਰਟੀਆਂ, ਜਿਨ੍ਹਾਂ 'ਚ ਸਮੇਂ ਤੇ ਸ਼੍ਰੋਮਣੀ ਅਕਾਲੀ ਦਲ ਮਾਨ ਵੀ ਆ ਗਿਆ, ਹੁਣ ਹੋਰ ਕਈ ਗਰੁੱਪ ਖੜੇ ਹੋ ਗਏ, ਉਹ ਕਿਤੇ ਨਾ ਕਿਤੇ ਢਾਹ ਲਾਉਂਦੇ ਨੇ ਤੇ ਉਹ ਤਿੱਖੀ ਭਾਸ਼ਾ ਬੋਲਦੇ ਨੇ। ਜਿਹੜਾ ਮੁੱਦਾ ਜਿਵੇਂ ਇਹਨਾਂ ਨੇ ਰਾਜਨੀਤਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਰਸੇ ਵਾਲਿਆਂ ਨਾਲ ਪੈਂਤੜੇ ਖੇਡਦੇ ਹੋਏ
ਚਲਦੇ ਗਏ ਕਿ ਕਦੇ ਉਹਨਾਂ ਤੋਂ ਵੋਟਾਂ ਲੈ ਲੀਆਂ, ਕਦੇ ਕਿਵੇਂ ਕਰ ਲੀਆਂ, ਕਦੇ ਸਮਝੌਤਾ ਕਰ ਲਿਆ, ਕਦੇ ਪਿੱਛੇ ਹਟ ਗਏ, ਕਦੇ ਮਾਫੀਨਾਮਾ ਦੇਤਾ, ਕਦੇ ਫੇਰ ਉਹਦਾ ਵਿਰੋਧ ਕਰਤਾ। ਮਤਲਬ ਉਹ 'ਚ ਇਹ ਕਲੀਅਰ ਕੱਟ ਕੋਈ ਸਟੈਂਡ ਇਹ ਨਹੀਂ ਲੈ ਸਕੇ ਕਿ ਨਾ ਤਾਂ ਇਹ ਲੋਕਾਂ ਨੂੰ ਇਹ ਕਨਵਿੰਸ ਕਰਾ ਸਕੇ, ਸਮਝਾ ਸਕੇ ਕਿ ਦੇਖੋ ਸਿਆਸੀ ਤੌਰ 'ਤੇ ਆਪਾਂ ਨੂੰ ਵੋਟਾਂ ਲੈਣੀਆਂ ਪੈਣੀਆਂ, ਇਸ ਕਰਕੇ ਆਪਾਂ ਨੂੰ ਰਾਜਨੀਤਿਕ ਤੌਰ 'ਤੇ ਇਹਨਾਂ ਨਾਲ ਵੀ ਬਣਾ ਕੇ ਰੱਖਣੀ ਪੈਣੀ ਹੈ। ਇਹ ਸਟੇਟਮੈਂਟ ਉਹ ਨਹੀਂ ਦੇ ਸਕਦੇ। ਅੱਜ ਵੀ ਨਹੀਂ ਅਕਾਲੀ ਦਲ ਇਹ ਕਹਿ ਸਕਦਾ ਕਿ ਦੇਖੋ ਸਰਸੇ ਵਾਲਿਆਂ ਕੋਲ ਇੱਕ ਵੱਡਾ ਵੋਟ ਬੈਂਕ ਹੈ, ਇਸ ਕਰਕੇ ਇਹਨਾਂ ਦੀ ਸਪੋਰਟ ਆਪਾਂ ਨੂੰ ਚਾਹੀਦੀ ਹੈ, ਇਸ ਕਰਕੇ ਇਹਨਾਂ ਪ੍ਰਤੀ ਆਪਾਂ ਨੂੰ ਨਰਮ ਰੁਖ ਰੱਖਣਾ ਪਊਗਾ। ਜੇ ਉਹ ਇਹ ਗੱਲ ਕਹਿੰਦੇ ਨੇ ਤਾਂ ਦੂਜੇ ਫਸਾ ਲੈਂਦੇ ਨੇ ਵੀ ਇਹ ਕਾਹਦੇ ਸਿੱਖ ਨੇ, ਇਹਦੇ ਉੱਤੇ ਇਹਨਾਂ ਦੀ ਇਹ ਮਿਲੀ ਭੁਗਤ ਹੈ। ਸੋ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭਾਵੇਂ ਸਿੱਖ ਨੁਮਾਇੰਦਾ ਪਾਰਟੀ ਨੂੰ ਪੰਜਾਬੀ ਨੁਮਾਇੰਦਾ ਪਾਰਟੀ ਬਣਾ ਕੇ ਇੱਕ ਵੱਡਾ ਰੂਪ ਦੇਣ ਦੀ ਕੋਸ਼ਿਸ਼ ਕੀਤੀ, ਪਰੰਤੂ ਉਸ ਕੋਸ਼ਿਸ਼ ਵਿੱਚੋਂ ਬੁਰੀ ਤਰ੍ਹਾਂ ਫੇਲ ਹੋਏ ਤੇ ਹੁਣ ਆ ਕੇ ਦੁਬਾਰੇ ਫੇਰ ਉਹਨਾਂ ਨੂੰ ਉਹੀ ਮੁੱਦੇ ਚੱਕਣੇ ਪੈਂਦੇ ਨੇ, ਵਾਪਸ ਆਉਣਾ ਪੈਂਦਾ। ਵਾਪਸ ਆ ਕੇ ਆ ਜਦੋਂ ਸੱਤਾ ਤੋਂ ਬਾਹਰ ਹੋ ਗਏ ਹੁਣ ਉਹਨਾਂ ਨੂੰ ਸਰਸਿਆਂ ਵਾਲੇ ਬਾਬੇ ਬਾਰੇ ਵੀ ਕਰੜਾ ਹੋ ਬੋਲਣਾ ਪੈਂਦਾ, ਹੁਣ ਉਹਨਾਂ ਨੂੰ ਬੰਦੀ ਸਿੱਖਾਂ ਬਾਰੇ ਵੀ ਗੱਲ ਕਰਨੀ ਪੈਂਦੀ ਹੈ, ਹੁਣ ਉਹਨਾਂ ਨੂੰ ਇਹਨਾਂ ਗੱਲਾਂ ਦਾ ਜਵਾਬ ਨਹੀਂ ਆਉਂਦਾ ਜਿਹੜੀ ਇਹ ਕੀਤੀਆਂ ਉਹਨਾਂ ਨੇ ਪਹਿਲਾਂ ਵੀ। ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਬਾਹਰ ਸੀ ਉਦੋਂ ਬਾਦਲ ਸਾਹਿਬ ਵੀ ਜਿਨ੍ਹਾਂ ਨੂੰ ਸਰਕਾਰ ਅੱਤਵਾਦੀ ਕਹਿੰਦੀ ਸੀ ਉਸ ਸਮੇਂ ਦੀ, ਜਾਂ ਜਿਹੜੇ ਮੁਕਾਬਲੇ 'ਚ ਮਾਰੇ ਜਾਂਦੇ ਸੀ ਪੁਲਿਸ ਮੁਕਾਬਲਿਆਂ 'ਚ, ਉਦੋਂ ਬਾਦਲ ਸਾਹਿਬ ਵੀ ਉਹਨਾਂ ਦੇ ਭੋਗ ਤੇ ਚਲੇ ਜਾਂਦੇ ਹੁੰਦੇ ਸੀ। ਠੀਕ ਹੈ ਕਿ ਨਹੀਂ? ਪਰੰਤੂ ਉਦੋਂ ਬਾਅਦ ਉਹਨਾਂ ਦੀ ਕਿਸੇ ਨੇ ਮਦਦ ਨਹੀਂ ਕੀਤੀ, ਜਾਂ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਲੀਡਰ ਉਹਨਾਂ ਦੇ ਭੋਗ ਤੇ ਚਲੇ ਜਾਂਦੇ ਸੀ। ਕਿਉਂ? ਉਦੋਂ ਲੋਕਾਂ ਦੀ ਸਿੰਪਥੀ ਲੈਣੀ ਸੀ, ਲੋਕਾਂ ਦੀ ਹਮਦਰਦੀ ਲੈਣੀ ਸੀ। ਸੋ ਉਸ ਪੈਂਤੜੇ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਉਹ ਫਸਿਆ। ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਿਨਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਸਿਮਰਜੀਤ ਮਾਨ ਵਾਲਾ ਹੈ ਉਹ ਇਸ ਪੈਂਤੜੇ ਤੇ ਡਟਿਆ ਰਿਹਾ। ਮੈਂ ਉਹਦਾ ਇਹ ਸਮਝਦਾ ਵੀ ਉਹਦਾ ਵੀ ਵੱਡਾ ਕਾਰਨ ਇਹੀ ਹੈ ਕਿਉਂਕਿ ਉਹਨਾਂ ਕੋਲੇ ਸੱਤਾ ਨਹੀਂ ਆਈ। ਸ਼ਾਇਦ ਜੇ ਉਹ ਵੀ ਸੱਤਾ ਦਾ ਆਨੰਦ ਲੈਂਦੇ, ਕਿਸੇ ਸਿਚੁਏਸ਼ਨ 'ਚ ਕੋਈ ਸਥਿਤੀ ਬਣਦੀ, ਤਾਂ ਉਹਨਾਂ ਨੂੰ ਵੀ ਸਰਕਾਰ ਮੁਤਾਬਕ ਇੱਦਾਂ ਹੀ ਚੱਲਣਾ ਪੈਣਾ ਸੀ। ਕਿਉਂਕਿ ਬਾਹਰ ਰਹਿ ਕੇ ਬਿਆਨ ਦੇਣੇ ਸੌਖੇ ਹੁੰਦੇ ਨੇ, ਅੰਦਰ ਰਹਿ ਕੇ ਜਦੋਂ ਤੁਸੀਂ ਕਾਨੂੰਨ ਮੁਤਾਬਕ ਕੰਮ ਕਰਦੇ ਹੋ ਤਾਂ ਕਾਨੂੰਨ ਦੀ ਉਲੰਘਣਾ ਕਰਨਾ ਜਾਂ ਕਾਨੂੰਨ ਦੀ ਤੋਹੀਨ ਕਰਨਾ ਹਰ ਇੱਕ ਬੰਦੇ ਲਈ ਇੱਕ ਸਮੱਸਿਆ ਹੁੰਦੀ ਹੈ। ਸੋ ਇਹ ਮੈਨੂੰ ਲੱਗਦਾ ਹੈ ਕਿ ਬੰਦੀ ਸਿੰਘਾਂ ਦਾ ਮੁੱਦਾ ਹੈ ਜਿਹੜਾ ਇਹ ਕਸ਼ਮੀਰ ਦੇ ਮੁੱਦੇ ਵਰਗਾ, ਨਾ ਇਹ ਅਕਾਲੀ ਦਲ ਤੋਂ ਛੱਡਿਆ ਜਾਣਾ, ਨਾ ਅਕਾਲੀ ਦਲ ਤੋਂ ਇਹਦੇ ਨਾਲ ਖੜਿਆ ਜਾਣਾ। ਅਕਾਲੀ ਦਲ ਬਾਦਲ ਤੋਂ, ਮੇਰਾ ਭਾਵ ਇੱਥੇ ਅਕਾਲੀ ਦਲ ਤੋਂ, ਅਕਾਲੀ ਦਲ ਬਾਦਲ ਤੋਂ ਹੈ ਕਿ ਉਹਨਾਂ ਤੋਂ ਨਾ ਤਾਂ ਇਹਦੇ ਨਾਲ ਖੜਿਆ ਜਾਣਾ ਹੈ, ਇਹਦੇ ਨਾਲ ਤਾਂ ਖੜਿਆ ਜਾ ਸਕਦਾ ਹੈ ਜੇ ਉਹਨਾਂ ਨੂੰ ਇਹ ਲੱਗੇ ਵੀ ਅਸੀਂ ਸੱਤਾ ਤੋਂ ਬਾਹਰ ਹੋ ਗਏ ਯਾਰ, ਅੰਦਰ ਰਹੀਏ, ਇਹਦਾ ਕੋਈ ਸਾਨੂੰ ਸਮੱਸਿਆ ਨਹੀਂ, ਅਸੀਂ ਜੇ ਸੱਤਾ ਮਿਲੀ ਤਦ ਵੀ ਅਸੀਂ ਮਤਲਬ ਸਿੱਖ ਨੁਮਾਇੰਦਾ ਪਾਰਟੀ ਕਹਾਵਾਂਗੇ, ਫਿਰ ਇਸ ਸਟੈਂਡ ਕੋਈ ਵੀ ਅਕਾਲੀ ਦਲ ਉਹ ਲੈ ਸਕਦਾ ਹੈ। ਅਦਰਵਾਈਜ਼ ਇਹ ਕਿਸੇ ਵੀ ਅਕਾਲੀ ਦਲ ਲਈ ਔਖਾ ਕੰਮ ਹੈ। ਔਖਾ ਕੰਮ ਹੈ ਜੀ, ਬਿਲਕੁਲ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬਹੁਤ ਸੋਹਣੇ ਵਿਚਾਰ ਰੱਖੇ ਤੁਸੀਂ। ਧੰਨਵਾਦ ਜੀ। ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਤੋਂ ਸੀ ਬੰਦੀ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪੈਟਰਨ ਬੰਦੀ ਸਿੰਘਾਂ ਲੈ ਕੇ ਉਹਦੇ ਤੇ ਗੱਲਬਾਤ ਕੀਤੀ। ਮਾਮਲਾ ਤੁਸੀਂ ਸਮਝਿਆ ਹੋਊਗਾ ਕਿ ਕਿਵੇਂ ਤਸਵੀਰ ਬਣਦੀ ਹੈ। ਤੁਸੀਂ ਆਪਣੀ ਫੀਡਬੈਕ ਹਰ ਵਾਰ ਦੀ ਤਰ੍ਹਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜੋ ਤੇ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਾਮ ਪੰਜਾਬੀ। ਧੰਨਵਾਦ।